जून 84 का ਅਸੀਂ ਜ਼ਿਕਰ ਕਰਦੇ ਹਾਂ ਤਾਂ ਉਸ ਵੇਲੇ ਇੱਕ ਸਭ ਤੋਂ ਵੱਡੀ ਘਟਨਾ ਇਹ ਵੀ ਵਾਪਰੀ ਸੀ ਅਟੈਕ ਦੇ ਨਾਲ ਕਿ ਸਿੱਖਾਂ ਦੀ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਸੀ ਉਹਦੀ ਲੁੱਟ ਹੋਈ ਸੀ। बहुत सारे पेज ने पर अज इस पूरे मसले को समझने की कोशिश करांगे। सिख रैफरेंस लाइब्रेरी लुट्टी गई जां किदन लुट्टी गई, ये भी बड़े शंके ने। 5 जून 6 जून 7 जून ये बारे थोड़ा तफसील च दस्सो कि महाराजा रणजीत सिंह के राज तक 100 साल तो वो महाराजा रणजीत सिंह के राज तो बाद दियाँ बहुत लिखतां इहो जिहियां सी कि जिहड़ियां उस सिख रैफरेंस लाइब्रेरी च पईयां सी। 5 ਪਿਆਰਿਆਂ ਤੋਂ ਬਾਅਦ ਕਲਗੀਧਰ ਪਾਤਸ਼ਾਹ ਦਾ ਆਪਦਾ ਪਰਿਵਾਰ ਤੇ 50,000 ਸਿੱਖਾਂ ਨੇ ਅੰਮ੍ਰਿਤ ਛਕਿਆ ਉਸ ਦਿਨ। 70,000 ਦੀ ਮਤਲਬ ਉਸ ਵੇਲੇ ਦੀ ਦੱਸੀ ਜਾਂਦੀ ਹੈ ਕਿ 70,000 ਦਾ ਇਕੱਠ ਹੋਇਆ ਸੀ ਕਿ ਸਿੱਖ ਅਫਗਾਨਿਸਤਾਨ ਤੋਂ ਵੀ ਆਏ ਨੇ। ਉਦੋਂ ਪਾਕਿਸਤਾਨ ਦੀ ਕੋਈ ਗੱਲ ਨਹੀਂ ਸੀ, ਅਫਗਾਨਿਸਤਾਨ ਸੀ। ਤੇ ਉਹ ਤੋਂ ਆਪਾਂ ਅੱਗੇ ਵੀ ਆਰਾਮ ਤੋਂ ਵੀ ਕਹਿ ਸਕਦੇ ਵੀ ਬਾਹਰੋਂ ਵੀ ਆਏ ਹੋਣਗੇ, ਕਿਉਂਕਿ ਕਾਬਲ ਦੀਆਂ ਸੰਗਤਾਂ ਦੇ ਤਾਂ ਬਹੁਤ ਹੁਕਮਨਾਮੇ ਗੁਰੂ ਸਾਹਿਬ ਦੇ ਲਿਖੇ ਹੋਏ ਨੇ ਹੱਥਾਂ ਦੇ। ਭਾਈ ਜੋਗਾ ਸਿੰਘ ਦਾ ਬਹੁਤ ਵੱਡਾ ਇਤਿਹਾਸ ਹੈ ਕਿ ਉਹ ਵੀ ਕਾਬਲ ਤੋਂ ਚੱਲ ਕੇ ਆਇਆ ਸੀ, ਉਹ ਪਸ਼ਾਵਰ ਦਾ ਸੀ। ਇਹ ਲਿਖਤਾਂ ਲਗਾਤਾਰ ਹੀ ਸੱਚਖੰਡ ਹਰਿਮੰਦਰ ਸਾਹਿਬ ਦੇ ਵਿੱਚ ਰਹੀਆਂ। ਜਦੋਂ 1 ਜੂਨ ਨੂੰ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਸ ਵੇਲੇ ਸਿੱਖ ਰੈਫਰੈਂਸ ਲਾਇਬ੍ਰੇਰੀ ਉੱਥੇ ਸੀਗੀ ਤਾਂ ਉਸ ਤੋਂ ਬਾਅਦ ਇਹ ਸਾਜ਼ਿਸ਼ਾਨਾ ਢੰਗ ਦੇ ਨਾਲ ਸਾਰੀ ਚੀਜ਼ ਨੂੰ ਅੰਜਾਮ ਦਿੱਤਾ ਗਿਆ। ਉਹਦੇ ਤੇ ਅਟੈਕ ਨਹੀਂ ਸੀ ਹੋਇਆ ਕਿਉਂਕਿ ਉਹ ਦੂਜੇ ਪਾਸੇ ਸੀ। ਜਿਹੜੀ ਮਤਲਬ ਅਟੈਕ ਸੀ ਉਹ ਸਿੱਧਾ ਹੀ ਅਕਾਲ ਤਖਤ 'ਤੇ ਸੀ। ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਜਿਹੜੀ ਉਹ 6 ਤਰੀਕ ਤੱਕ ਹੈਗੀ ਸੀ, 7 ਨੂੰ ਵੀ ਹੈਗੀ ਸੀ। 8 ਤੋਂ ਬਾਅਦ ਉਹ ਜੋ ਸਮਾਨ ਚੱਕ ਕੇ ਸਾਰਾ ਮਤਲਬ ਸਮਾਨ ਉਦੋਂ ਚੱਕ ਕੇ ਤੇ ਉਦੋਂ ਅੱਗ ਲਾ ਦਿੱਤੀ। ਜਿੰਨੇ ਲਿਖਤ ਹੱਥ ਲਿਖਤ ਹੁਕਮਨਾਮੇ ਸੀ, ਹੱਥ ਲਿਖਤ ਪੋਥੀਆਂ ਸੀ, ਹੱਥ ਲਿਖਤ ਗੁਟਕੇ ਸੀ, ਹੱਥ ਲਿਖਤ ਜਾਂ ਹੋਰ ਸਾਡੇ ਕੋਲ ਗ੍ਰੰਥ ਸੀ, ਇਹ ਸਾਰੀਆਂ ਹੀ ਸਰਕਾਰ ਨੇ ਆਪਣੇ ਜੇ ਕਬਜ਼ੇ 'ਚ ਕਰਕੇ ਸਿੱਖਾਂ ਦਾ ਹੋਰ ਮਤਲਬ ਜਿਹੜਾ ਕੋਈ ਇਤਿਹਾਸ ਸੀ ਉਹ ਆਪਣੇ ਕਬਜ਼ੇ 'ਚ ਕਰਕੇ ਉਹਨੂੰ ਅੱਗ ਲਾ ਕੇ ਸਾੜ ਦਿੱਤਾ। ਤੇ ਉਹਨਾਂ ਨੇ ਕਹਿਤਾ ਜੀ ਅੱਗ ਲਾ ਕੇ ਸੜ ਗਿਆ। ਬਹੁਤ ਸਾਰੀਆਂ ਚੀਜ਼ਾਂ ਵਾਪਸ ਕਰ ਦਿੱਤੀਆਂ ਗਈਆਂ ਨੇ। ਇਹ ਵੀ ਖਬਰ ਆਈ ਸੀ ਕਿ ਇੰਗਲੈਂਡ ਦੀ ਧਰਤੀ ਤੇ 2000 ਪਾਉਂਡ ਦਾ, ਮੇਰੇ ਖਿਆਲ ਨਾਲ ਜੇ ਗਲਤ ਨਾ ਹੋਵੇ, ਇੱਕ ਬੜਾ ਵੱਡਾ ਅੰਕੜਾ ਦੱਸਿਆ ਗਿਆ ਸੀਗਾ ਕਿ ਪਾਉਂਡਾਂ ਦੇ ਵਿੱਚ ਵੱਡੀ ਕੀਮਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਇੱਕ ਇਤਿਹਾਸਿਕ ਸਰੂਪ ਵੇਚਣ ਦੀ ਵੀ ਖਬਰਾਂ ਸਾਹਮਣੇ ਆਈਆਂ ਸੀਗੀਆਂ। ਜਦੋਂ 1996 'ਚ ਤੋਂ ਲੈ ਕੇ 99 ਤੱਕ ਉੱਥੇ ਜਿਹੜੇ ਰਿਸਰਚ ਬੋਰਡ ਦੇ ਕੋਈ ਚੇਅਰਮੈਨ ਲੱਗੇ ਰਹੇ ਹੈ, ਉਹ ਚੇਅਰਮੈਨ ਉਸ ਸਰੂਪ ਨੂੰ ਉੱਥੋਂ ਚੁੱਕ ਕੇ ਇੰਗਲੈਂਡ ਲੈ ਗਏ। ਅਤੇ ਉਹਨਾਂ ਨੇ ਇਹ ਗੱਲ ਤੁਰੀ ਸੀ, ਅਸੀਂ ਵੀ ਸੁਣੀ ਹੈ ਅਤੇ ਸਾਨੂੰ ਪਤਾ ਵੀ ਲੱਗਿਆ ਸੀ ਕਿ 14 ਕਰੋੜ ਰੁਪਏ 'ਚ ਉਹ ਸਰੂਪ ਹੱਥ ਲਿਖ ਕੇ ਉਹਨਾਂ ਨੇ ਵੇਚ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਗੁਰਚਰਨ ਸਿੰਘ ਥੋੜਾ ਦੋਨਾਂ ਨੂੰ ਬੁਲਾਇਆ ਸੀ। ਉਹਨਾਂ ਨੂੰ ਬੁਲਾ ਕੇ ਗੱਲ ਕੀਤੀ ਸੀ ਅਤੇ ਕਿ ਜਿਹੜੀ ਸਾਡੇ ਕੋਲ ਸਿੱਖ ਰੈਫਰੈਂਸ ਲਾਇਬ੍ਰੇਰੀ ਸਾਡੇ ਕੋਲ ਹੈਗੀ ਹੈ ਤੁਸੀਂ ਵਾਪਸ ਲੈ ਲਓ। ਉਹ ਕਹਿੰਦੇ ਵੀ ਕਿੱਥੇ ਹੈ? ਉਹ ਕਹਿੰਦਾ ਸਾਡੇ ਮੇਰਠ ਵਾਲੇ ਮਿਲਟਰੀ ਕੈਂਪ 'ਚ ਪਈ ਹੈ। ਉਹ ਕੈਂਪ 'ਚ ਪਈ ਹੈ ਅਤੇ ਇਹ ਦੋਨੇ ਬਾਦਲ ਸਾਹਿਬ ਤਾਂ ਮੁੱਕਰ ਹੀ ਗਏ। ਟੌੜਾ ਸਾਹਿਬ ਨੇ ਵੀ ਕਹਿ ਦਿੱਤਾ, ਕਹਿੰਦਾ ਵੀ ਅਸੀਂ ਇਸ ਕਰਕੇ ਇਹ ਆਪਾਂ ਜਵਾਬ ਦਈਏ ਕਿ ਆਪਾਂ 1000 ਕਰੋੜ ਦਾ ਕੇਸ ਪਾਇਆ, ਆਪਾਂ ਹਿੰਦੁਸਤਾਨ ਦੇ ਵਿਰੁੱਧ ਇਹ ਕੇਸ ਪਾਵਾਂਗੇ ਅਤੇ ਉਹ ਇਸ ਦਾ ਜਵਾਬ ਨਹੀਂ ਦੇ ਸਕੇਗੀ। ਇਸ ਕਰਕੇ ਸਰਕਾਰ ਹਮੇਸ਼ਾ ਸਾਡੇ ਕੋਲ ਝੁਕੀ ਰਹੇਗੀ, ਸਾਡੀ ਰਿਣੀ ਰਹੇਗੀ। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ ਇਸ ਵਕਤ। ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੁੱਗਲ। ਦੋਸਤੋ, ਸਿੱਖਾਂ ਦੀ ਇੱਕ ਸਿਰਮੌਰ ਸੰਸਥਾ ਦਰਬਾਰ ਸਾਹਿਬ ਜਿੱਤੋਂ ਬਹੁਤ ਸਾਰੇ ਲੋਕ ਸੇਧ ਲੈਂਦੇ ਨੇ, ਬਹੁਤ ਸਾਰੇ ਲੋਕ ਆਸਥਾ ਰੱਖਦੇ ਨੇ। ਇਹ ਨਹੀਂ ਕਿ ਇਕੱਲੇ ਸਿੱਖ, ਪਰ ਜਦੋਂ ਜੂਨ 84 ਦਾ ਅਸੀਂ ਜ਼ਿਕਰ ਕਰਦੇ ਹਾਂ ਤਾਂ ਉਸ ਵੇਲੇ ਇੱਕ ਸਭ ਤੋਂ ਵੱਡੀ ਘਟਨਾ ਇਹ ਵੀ ਵਾਪਰੀ ਸੀ ਅਟੈਕ ਦੇ ਨਾਲ ਕਿ ਸਿੱਖਾਂ ਦੀ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਸੀ ਉਹਦੀ ਲੁੱਟ ਹੋਈ ਸੀ। ਉਹਨੂੰ ਇਸ ਤਰੀਕੇ ਨਾਲ ਲੁੱਟਿਆ ਗਿਆ ਕਿ ਦਿਖਾਇਆ ਗਿਆ ਕਿ ਬਹੁਤ ਸਾਰੀਆਂ ਚੀਜ਼ਾਂ ਉੱਥੇ ਨਸ਼ਟ ਹੋ ਗਈਆਂ, ਬਹੁਤ ਸਾਰੀਆਂ ਚੀਜ਼ਾਂ ਚਲੇ ਗਈਆਂ, ਕੇਸ ਜਿਹੜੇ ਨੇ ਲੱਗੇ ਹੋਏ ਨੇ। ਪਰ ਨਾਲ ਦੀ ਨਾਲ ਇਹ ਵੀ ਚਰਚਾ ਚੱਲੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਕਹਿੰਦੀ ਰਹੀ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਾ ਸਮਾਨ ਵਾਪਸ ਆ ਜਾਵੇ। ਕੁਝ ਦਸਤਾਵੇਜ਼ ਇਹ ਵੀ ਕਹਿੰਦੇ ਨੇ ਕਿ ਸਮਾਨ ਵਾਪਸ ਲੈ ਲਿਆ ਗਿਆ, ਉਹਦੇ ਵਿੱਚ ਜਿਹੜੀਆਂ ਜਿਲਦਾਂ ਨੇ ਉਹਨਾਂ ਦਾ ਵੀ ਜ਼ਿਕਰ ਆਉਂਦਾ ਹੈਗਾ। ਬਹੁਤ ਸਾਰੇ ਭੇਜ ਨੇ। ਪਰ ਅੱਜ ਇਸ ਪੂਰੇ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਈ ਸੁਹਿਰਦ ਸਿੱਖ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਉਹ ਸਿੱਖਾਂ ਦੀ ਜਿਹੜੀ ਧਰੋਹਰ ਸੀਗੀ ਉਹਨੂੰ ਕਿਸੇ ਨਾ ਕਿਸੇ ਤਰੀਕੇ ਵਾਪਸ ਲਿਆਂਦਾ ਜਾਵੇ। ਬਹੁਤ ਸਾਰੀਆਂ ਚੀਜ਼ਾਂ ਸੀ, ਬਹੁਤ ਸਾਰੀਆਂ ਇਤਿਹਾਸਿਕ ਪੋਥੀਆਂ ਸੀਗੀਆਂ। ਸਾਡੇ ਨਾਲ ਸੁਰਿੰਦਰ ਸਿੰਘ ਕਿਸ਼ਨਪੁਰਾ ਹੋਣਗੇ, ਭਾਈ ਸਾਹਿਬ ਨਾਲ ਗੱਲਬਾਤ ਕਰਕੇ ਸਮਝਣਾ, ਕਿਉਂਕਿ ਉਹ ਜਿਹੜੀ ਮੂਵਮੈਂਟ ਸੀਗੀ ਉਹਦੇ ਵਿੱਚ ਇਹਨਾਂ ਦਾ ਵੀ ਬੜੀ ਭੂਮਿਕਾ ਰਹੀ ਹੈ। ਬੜੀ ਕੋਸ਼ਿਸ਼ ਕਰਦੇ ਰਹੇ ਨੇ ਆਪਣੇ ਤੌਰ ਤੇ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਦੀ ਜਾਂ ਮਸਲਿਆਂ ਤੇ ਚਰਚਾ ਕਰਨ ਦੀ। ਉਸ ਵੇਲੇ ਕਿਉਂਕਿ ਜਿਹੜੀ ਮੂਵਮੈਂਟ ਸੀਗੀ ਉਹਦਾ ਬਹੁਤ ਸਾਰੇ ਲੋਕ ਹਿੱਸਾ ਬਣੇ ਸੀਗੇ, ਤਾਂ ਉਸ ਮੂਵਮੈਂਟ ਦੇ ਦੌਰਾਨ ਜਿਹੜੀਆਂ ਚੀਜ਼ਾਂ ਹੋਈਆਂ, ਜਿਹੜੀਆਂ ਚੀਜ਼ਾਂ
ਅਣਦੇਖੀਆਂ ਰਹਿ ਗਈਆਂ। ਅੱਜ ਗੱਲਬਾਤ ਕਰਕੇ ਸਮਝਣਾ ਹੈਗਾ ਕਿ ਇਹ ਜਿਹੜੀ ਸਿੱਖਾਂ ਦੀ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਸੀਗੀ ਉਹਦੀ ਜਿਹੜੀ ਲੁੱਟ ਹੋਈ ਸੀ ਉਹ ਸ਼ੱਕੀ ਹੈਗੀ ਹੈ ਕਿ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਨੇ ਭੂਮਿਕਾ ਸਹੀ ਨਿਭਾਈ ਜਾਂ ਨਹੀਂ ਨਿਭਾਈ। ਕਿਸ਼ਨਪੁਰਾ ਜੀ, ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਕਿ ਬੜੀ ਸੰਜੀਦਾ ਚੀਜ਼ ਹੈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਲੁੱਟ ਜਾਂ ਉਹਨੂੰ ਕਿਸ ਤਰੀਕੇ ਨਾਲ ਨਸ਼ਟ ਕਰਨਾ। ਬਹੁਤ ਸਾਰੇ ਭੇਦ ਸੀ ਉਸ ਵੇਲੇ। ਜੇ ਅਸੀਂ ਇੱਥੋਂ ਹੀ ਸ਼ੁਰੂਆਤ ਕਰੀਏ ਕਿ ਇਹਦੇ ਪਿੱਛੇ ਵੀ ਇੱਕ ਸੋਚੀ ਸਮਝੀ ਸਾਜ਼ਿਸ਼ ਸੀਗੀ ਕਿ ਇਹ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ ਜਾਂ ਕਿੱਦਣ ਲੁੱਟੀ ਗਈ, ਇਹ ਵੀ ਬੜੇ ਸ਼ੰਕੇ ਨੇ। 5 ਜੂਨ 6 ਜੂਨ 7 ਜੂਨ ਇਹਦੇ ਬਾਰੇ ਥੋੜ੍ਹਾ ਤਫਸੀਲ 'ਚ ਦੱਸਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਗੱਲ ਇਹ ਹੈ ਕਿ ਜੋ ਇਹ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਗੱਲ ਹੈ, ਇਹਦੇ ਵਿੱਚ ਸਾਡੇ ਸਿੱਖ ਰੈਫਰੈਂਸ ਲਾਇਬ੍ਰੇਰੀ 'ਚ ਪੁਰਾਤਨ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, 10ਵੇਂ ਪਾਤਸ਼ਾਹ ਤੋਂ ਬਾਅਦ ਤਕਰੀਬਨ ਆਪਾਂ ਇਹ ਕਹਿ ਲਈਏ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ 100 ਸਾਲ, ਅਤੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਦੀਆਂ ਬਹੁਤ ਲਿਖਤਾਂ ਇਹੋ ਜਿਹੀਆਂ ਸੀ ਕਿ ਜਿਹੜੀਆਂ ਉਸ ਸਿੱਖ ਰੈਫਰੈਂਸ ਲਾਇਬ੍ਰੇਰੀ 'ਚ ਪਈਆਂ ਸੀ। ਗੁਰੂ ਸਾਹਿਬ ਦੇ ਬਹੁਤ ਹੱਥ ਲਿਖਤ ਹੁਕਮਨਾਮੇ ਸੀ ਪੁਰਾਤਨ ਸਿੰਘਾਂ ਦੇ, ਜਿਹੜੇ ਸਿੱਖਾਂ ਦੇ ਪਰਿਵਾਰ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਨਾਲ ਰਹੇ ਨੇ, ਉਹੀ ਪਰਿਵਾਰ ਤਕਰੀਬਨ 10ਵੇਂ ਪਾਤਸ਼ਾਹ ਤੱਕ ਨਿਭਦੇ ਰਹੇ ਨੇ। ਉਹਨਾਂ ਤੱਕ ਨਿਭੇ ਨੇ ਜਿਹੜੇ 5ਵੇਂ ਪਾਤਸ਼ਾਹ ਦੇ ਨਾਲ, 6ਵੇਂ ਪਾਤਸ਼ਾਹ ਦੇ ਨਾਲ ਜਾਂ ਚੌਥੇ ਪਾਤਸ਼ਾਹ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਨੇ ਜਦੋਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਅਤੇ ਉਹਨੂੰ ਉਸਾਰਨ ਦੀ ਗੱਲ ਕੀਤੀ ਹੈ ਪੂਰੇ ਸ਼ਹਿਰ ਨੂੰ, ਉਦੋਂ ਤੋਂ ਲੈ ਕੇ ਉਹ ਸਿੱਖ ਤਕਰੀਬਨ ਅੰਮ੍ਰਿਤਸਰ 'ਚ ਵਸੇ ਹੋਏ ਸੀ। ਅਤੇ ਉਹਨਾਂ ਦੇ ਵਿੱਚ ਇੱਕ ਸਿੱਖਾਂ ਦਾ ਪਰਿਵਾਰ ਬਹੁਤ ਵੱਡਾ ਜੱਸਾ ਸੀ ਰਾਮਗੜ੍ਹੀਏ ਦਾ ਪਰਿਵਾਰ ਵੀ ਹੈ, ਜਿਨ੍ਹਾਂ ਦੇ ਬਜ਼ੁਰਗ ਉਹਨਾਂ ਦੇ ਭਾਈ ਹਰਦਾਸ ਸਿੰਘ 10ਵੇਂ ਪਾਤਸ਼ਾਹ ਦੇ ਨਾਲ ਵੀ ਰਹੇ ਹੈ। ਉਹ ਪਹਿਲਾਂ ਵੀ ਸਿੱਖੀ 'ਚ ਸੀ। ਉਹਨਾਂ ਨੇ ਕਲਗੀਧਰ ਪਾਤਸ਼ਾਹ ਦੇ ਕੋਲੋਂ ਅੰਮ੍ਰਿਤ ਵੀ ਛਕਿਆ ਸੀ 1699 ਦੀ ਵਿਸਾਖੀ ਨੂੰ, ਕਿਉਂਕਿ ਇਹ ਗੱਲ ਹੈ ਕਿ 1699 ਦੀ ਵਿਸਾਖੀ ਨੂੰ 5 ਪਿਆਰਿਆਂ ਤੋਂ ਬਾਅਦ ਕਲਗੀਧਰ ਪਾਤਸ਼ਾਹ ਦਾ ਆਪਦਾ ਪਰਿਵਾਰ ਅਤੇ 50,000 ਸਿੱਖਾਂ ਨੇ ਅੰਮ੍ਰਿਤ ਛਕਿਆ ਉਸ ਦਿਨ। 70,000 ਦੀ ਮਤਲਬ ਉਸ ਵੇਲੇ ਦੀ ਦੱਸੀ ਜਾਂਦੀ ਹੈ ਕਿ 70,000 ਦਾ ਇਕੱਠ ਹੋਇਆ ਸੀ ਉਸ ਵੇਲੇ ਪੂਰੇ ਹਿੰਦੁਸਤਾਨ 'ਚੋਂ ਲਾ ਲਈਏ ਜਾਂ ਦੂਜੇ ਦੇਸ਼ਾਂ 'ਚੋਂ ਵੀ ਲਾ ਲਈਏ ਕਿ ਸਿੱਖ ਅਫਗਾਨਿਸਤਾਨ ਤੋਂ ਵੀ ਆਏ ਨੇ। ਉਦੋਂ ਪਾਕਿਸਤਾਨ ਦੀ ਕੋਈ ਗੱਲ ਨਹੀਂ ਸੀ, ਅਫਗਾਨਿਸਤਾਨ ਸੀ। ਅਤੇ ਉਹ ਤੋਂ ਆਪਾਂ ਅੱਗੇ ਵੀ ਆਰਾਮ ਤੋਂ ਵੀ ਕਹਿ ਸਕਦੇ ਵੀ ਬਾਹਰੋਂ ਵੀ ਆਏ ਹੋਣਗੇ, ਕਿਉਂਕਿ ਕਾਬਲ ਦੀਆਂ ਸੰਗਤਾਂ ਦੇ ਤਾਂ ਬਹੁਤ ਹੁਕਮਨਾਮੇ ਗੁਰੂ ਸਾਹਿਬ ਦੇ ਲਿਖੇ ਹੋਏ ਨੇ ਹੱਥਾਂ ਦੇ, ਅਤੇ ਕਾਬਲ ਦੀ ਸੰਗਤ ਦੀ ਆਮ ਹੀ ਚਰਚਾ ਹੁੰਦੀ ਹੈ। ਭਾਈ ਜੋਗਾ ਸਿੰਘ ਦਾ ਬਹੁਤ ਵੱਡਾ ਇਤਿਹਾਸ ਹੈ ਕਿ ਉਹ ਵੀ ਕਾਬਲ ਤੋਂ ਚੱਲ ਕੇ ਆਇਆ ਸੀ, ਉਹ ਪੇਸ਼ਾਵਰ ਦਾ ਸੀ। ਉਹ ਮਤਲਬ ਉਹਦੇ ਬਹੁਤ ਲਿਖਤਾਂ ਪਈਆਂ ਸੀ। ਉਹ ਲਿਖਤਾਂ ਦੀ ਗੱਲ ਇਹ ਆਈ ਸੀ ਕਿ ਇਹ ਲਿਖਤਾਂ ਲਗਾਤਾਰ ਹੀ ਸੱਚਖੰਡ ਹਰਿਮੰਦਰ ਸਾਹਿਬ ਦੇ ਵਿੱਚ ਰਹੀਆਂ। ਜਦੋਂ 1 ਜੂਨ ਨੂੰ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਉਸ ਹਮਲੇ 'ਚ 6 ਜੂਨ ਨੂੰ ਤਕਰੀਬਨ 9:30 ਵਜੇ ਸੰਤਾਂ ਦਾ ਉਹਨਾਂ ਨੇ ਡਿਕਲੇਅਰ ਕਰਤਾ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲੇ ਸ਼ਹੀਦ ਹੋ ਗਏ, ਅਤੇ ਭਾਈ ਅਮਰੀਕ ਸਿੰਘ ਨੇ ਸ਼ਹੀਦ ਹੋ ਗਏ, ਜਨਰਲ ਸਵੇਗ ਸਿੰਘ ਨੇ ਸ਼ਹੀਦ ਹੋ ਗਏ, ਬਾਬਾ ਠਾਰਾ ਸਿੰਘ ਸ਼ਹੀਦ ਹੋ ਗਏ, ਅਤੇ ਬਾਕੀ ਸਿੰਘਾਂ ਦਾ ਸਾਰਿਆਂ ਦੇ। ਅਤੇ ਉਦੋਂ ਇਹਨਾਂ ਨੇ ਆਪ ਦਾ ਸ਼ਾਂਤੀ ਮਾਰਚ ਕਰਕੇ ਅਤੇ ਆਪ ਦਾ ਇਹਨਾਂ ਝੰਡਾ ਲਹਿਰਾ ਕੇ ਕਹਿ ਤਾ ਵੀ ਅਸੀਂ ਇਹ ਮੋਰਚਾ ਫਤਿਹ ਕਰ ਲਿਆ ਜੋ ਸਾਡੀ ਜੰਗ ਸੀ। ਇਹਨਾਂ ਨੇ ਕਿਹਾ ਨਾ, ਉਹ ਸਰਕਾਰ ਦੀ ਕਹਿਣ ਦੀ ਗੱਲ ਸੀ, ਪਰ ਸਿੱਖਾਂ ਦਾ ਕਦੇ ਅਵਰ ਵਾਸਨਾ ਨਾ ਹੈ ਪ੍ਰਭ ਧਰਮ ਯੁੱਧ ਕਛਾਏ। ਧਰਮ ਯੁੱਧ ਸਿੱਖ ਕਦੇ ਹਾਰੇ ਨਹੀਂ ਅਤੇ ਨਾ ਹੀ ਅੱਜ ਤੱਕ ਇਹ ਹਾਰਨਾ, ਕਿਉਂਕਿ ਇਸ ਦੀ ਅਰਦਾਸ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕੀਤੀ ਪਹਿਲਾਂ। ਉਹ ਵੀ ਧਰਮ ਯੁੱਧ, ਉਹ ਭਾਵੇਂ ਧਰਮ ਯੁੱਧ ਉਦਾਸੀਆਂ ਦੇ ਰੂਪ 'ਚ ਚੱਲਦੇ ਸੀ, ਫਿਰ ਉਹ ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਚੌਥੇ, 5ਵੇਂ 6ਵੇਂ ਤੱਕ ਸਾਰੇ ਇਹ ਸ਼ਹਾਦਤਾਂ ਦੇ ਲੜਾਈਆਂ ਦੇ ਕਲਗੀਧਰ ਪਾਤਸ਼ਾਹ ਨੇ ਇਸ ਧਰਮ ਯੁੱਧ ਦੀ ਅਰਦਾਸ ਭੰਗਾਣੀ ਦੇ ਯੁੱਧ 'ਚ ਪੌਂਟਾ ਸਾਹਿਬ 'ਤੇ ਕੀਤੀ ਹੋਈ ਹੈ। ਉਹਨਾਂ ਨੇ ਆਪ ਆਪਣੇ ਹੱਥੀਂ ਉਹ ਯੁੱਧ ਲੜਿਆ ਜਿਹਦੇ 'ਚ ਰਾਜਾ ਹਰੀਚੰਦ ਨੂੰ ਮਾਰਿਆ ਉਹਨਾਂ ਨੇ। ਉਸ ਤੋਂ ਬਾਅਦ ਫਿਰ ਇਹ ਧਰਮ ਯੁੱਧ ਲਗਾਤਾਰ ਚੱਲ ਰਿਹਾ। ਜਿਹੜਾ ਹੁਣ ਧਰਮ ਯੁੱਧ ਸੀ ਇਹ 4 ਅਗਸਤ 1982 ਨੂੰ ਲੱਗਿਆ, ਇਹ ਤਾਂ ਅਕਾਲੀ ਦਲ ਨੇ ਅਡੋਪਟ ਕੀਤਾ ਸੀ, ਪਰ ਇਸ ਧਰਮ ਯੁੱਧ ਦੀ ਅਰਦਾਸ ਹੈ ਜਿਹੜੀ ਉਹ ਅਕਾਲ ਤਖਤ 'ਤੇ 19 ਜੁਲਾਈ 1982 ਨੂੰ ਭਾਈ ਅਮਰੀਕ ਸਿੰਘ ਅਤੇ ਬਾਬਾ ਠਾਰਾ ਸਿੰਘ ਦੀ ਗ੍ਰਿਫਤਾਰੀ ਨਾਲ ਸੰਤ ਬਾਬਾ ਜਰਨੈਲ ਸਿੰਘ ਨੇ ਅਰਦਾਸ ਅਕਾਲ ਤਖਤ 'ਤੇ ਕਰਕੇ 51 ਸਿੰਘਾਂ ਦਾ ਜਥਾ ਭੇਜ ਕੇ ਉਸ ਦਿਨ ਹੀ ਲਾ ਦਿੱਤਾ ਸੀ ਧਰਮ ਯੁੱਧ ਮੋਰਚਾ। ਇਹ ਦੁਬਾਰਾ ਮਤਲਬ ਉਹਦੀ ਅਰਦਾਸ ਹੋਈ ਹੈ, ਅਤੇ ਉਹ ਅਰਦਾਸ ਅੱਜ ਤੱਕ ਸਾਡੀ ਸਿੱਖਾਂ ਦੀ ਕਦੇ ਖਤਮ ਨਹੀਂ ਹੋਈ, ਅਤੇ ਨਾ ਹੀ ਅਰਦਾਸ ਕਦੇ ਟੁੱਟਦੀ ਹੁੰਦੀ ਹੈ। ਅਤੇ ਅਰਦਾਸਾਂ ਤਾਂ ਜਿਹੜੀ ਇੱਕ ਵਾਰ ਹੋ ਜਾਂਦੀ ਉਹ ਨਾਲ ਹੀ ਨਿਭਦੀਆਂ। ਇਹ ਵੀ ਗੱਲ ਹੈ ਕਿ ਜਦੋਂ 4 ਜੂਨ 5 ਜੂਨ ਜਾਂ 6 ਜੂਨ ਉਸ ਵੇਲੇ ਸਿੱਖ ਰੈਫਰੈਂਸ ਲਾਇਬ੍ਰੇਰੀ ਉੱਥੇ ਸੀਗੀ, ਤਾਂ ਉਸ ਤੋਂ ਬਾਅਦ ਇਹ ਸਾਜ਼ਿਸ਼ਾਨਾ ਢੰਗ ਦੇ ਨਾਲ ਸਾਰੀ ਚੀਜ਼ ਨੂੰ ਅੰਜਾਮ ਦਿੱਤਾ ਗਿਆ ਹੈਗਾ। ਬਹੁਤ ਸਾਰੇ ਸਿੱਖ ਦੱਸਦੇ ਨੇ ਜਿਹੜੇ ਕਿ ਕਈ ਦਰਬਾਰ ਸਾਹਿਬ ਦੇ ਵਿੱਚ ਉਮੜ ਕੇ ਗਏ ਨੇ, ਜਾਂ ਉੱਥੋਂ ਆਪਾਂ ਇਹ ਕਹਿ ਲਈਏ ਕਿ ਕੁਝ ਮੁਲਾਜ਼ਮ ਜਿਹੜੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਨੂੰ ਦਿਖਾਇਆ, ਅਤੇ ਉਸ ਵੇਲੇ ਇਹ ਸਿੱਖ ਰੈਫਰੈਂਸ ਲਾਇਬ੍ਰੇਰੀ 6 ਤਰੀਕ ਨੂੰ ਹੈਗੀ ਸੀ। ਉਹਦੇ 'ਤੇ ਅਟੈਕ ਨਹੀਂ ਸੀ ਹੋਇਆ ਕਿਉਂਕਿ ਉਹ ਦੂਜੇ ਪਾਸੇ ਸੀ। ਜਿਹੜੀ ਮਤਲਬ ਅਟੈਕ ਸੀ ਉਹ ਸਿੱਧਾ ਹੀ ਅਕਾਲ ਤਖਤ 'ਤੇ ਸੀ, ਸਰਕਾਰ ਦਾ ਜਿਹੜਾ ਹਮਲਾ ਸੀ,
ਜਿਹੜਾ ਤੋਪਾਂ ਨਾਲ ਹੋਇਆ ਉਹ ਵੀ ਅਕਾਲ ਤਖਤ ਤੇ ਹੋਇਆ, ਜੋ ਮਤਲਬ ਟੈਂਕ ਆਏ ਉਹ ਵੀ ਅਕਾਲ ਤਖਤ ਤੇ ਹੋਏ ਆ, ਤੇ ਅਕਾਲ ਤਖਤ ਦੀ ਬਿਲਡਿੰਗ ਹੀ ਢਾਈ ਗਈ ਹੈ, ਬਾਕੀ ਬਿਲਡਿੰਗਾਂ ਦਾ ਕੋਈ ਨੁਕਸਾਨ ਨਹੀਂ ਸੀ ਹੋਇਆ। ਇਸ ਕਰਕੇ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਉਹ ਜਿਹੜਾ ਆਪਣਾ ਜਿਹਨੂੰ ਆਪਾਂ ਘੰਟਾ ਘਰ ਚੌਂਕ ਕਹਿੰਦੇ, ਜਿਹੜਾ ਇਹ ਵਾਲਾ ਚੌਂਕ ਹੈ, ਇਹਦੇ ਬਿਲਕੁਲ ਸੱਚਖੰਡ ਹਰਿਮੰਦਰ ਸਾਹਿਬ ਦੇ ਦੂਜੇ ਪਾਸੇ ਸਾਹਮਣੇ, ਦੂਜੇ ਪਾਸੇ ਉਹ ਜਿਹੜੀ ਡਿਊਟੀ ਬਣੀ ਹੋਈ ਹੈ ਉਹ ਡਿਊਟੀ ਦੇ ਨਾਲ ਹੈ ਬਿਲਕੁਲ ਹੀ। ਉੱਥੇ ਤਾਂ ਕੋਈ ਅੱਜ ਤੱਕ ਹੈ ਹੀ ਨਹੀਂ, ਗੱਲ ਹੀ ਨਹੀਂ ਹੈਗੀ। ਹੁਣ ਵੀ ਕੋਈ ਕਮਰਾ ਟੁੱਟਾ ਹੋਇਆ ਨਹੀਂ, ਉਦੋਂ ਵੀ ਇੱਥੇ ਟੁੱਟਿਆ ਹੋਇਆ। ਅੱਜ ਤੱਕ ਜਿੱਥੇ ਗੋਲੀਆਂ ਵੱਜੀਆਂ ਨੇ, ਜਿੱਥੇ ਅਕਾਲ ਤਖਤ ਦੇ ਨਾਲ ਜਿਹੜੀ ਇੱਕ ਡਿਊਟੀ ਹੈ, ਇੱਕ 'ਚ ਅਕਾਲ ਤਖਤ ਦਾ ਬਣਿਆ ਹੋਇਆ ਕੰਪਲੈਕਸ ਕਹਿੰਦੇ ਆਪਾਂ ਨੂੰ ਜਿਹਨੂੰ, ਉਹ ਸਾਫ ਸੁਥਰਾ ਬਣ ਗਿਆ। ਉਹਦੇ ਬਿਲਕੁਲ ਸਾਹਮਣੇ ਜਿਹੜੀ ਅੱਜ ਦੀ ਡਿਊਟੀ ਹੈ ਅਕਾਲ ਤਖਤ ਦੇ, ਉਹ ਵੀ ਉਵੇਂ ਦੀ ਉਵੇਂ ਇੱਟਾਂ ਵਾਲੀ ਉਦੋਂ ਤੱਕ ਪਈ, ਆਪਾਂ ਦੇਖਦੇ ਉਹ 'ਚ ਗੋਲੀਆਂ ਵੱਜੀਆਂ ਹੋਈਆਂ ਨੇ, ਅੱਜ ਤੱਕ ਵੱਜੀਆਂ ਹੋਈਆਂ ਨੇ ਉਹਦੇ ਤੇ ਇੱਟਾਂ ਹੀ ਆ। ਉਹਨੂੰ ਅੱਜ ਤੱਕ ਕੋਈ ਉਹਨਾਂ ਨੇ ਮਤਲਬ ਕਿਸੇ ਕੋਲ ਉਹਦੀ ਮੇਨਟੇਨੈਂਸ ਕੋਈ ਨਹੀਂ ਕਰਿਆ ਹੋਇਆ, ਕੁਛ ਉਹਦੇ ਤੇ ਕੋਈ ਪਲਾਸਟਰ ਨਹੀਂ ਕੀਤਾ। ਅਜੇ ਤੱਕ ਦੁਨੀਆ ਉਹਨੂੰ ਦੇਖਦੀ ਹੈ ਕਿ ਹਾਂ ਸਰਕਾਰ ਦਾ ਇਹ ਮਤਲਬ ਅਟੈਕ ਦਾ, ਹਮਲੇ ਦਾ ਇਹ ਇੱਕ ਨਿਸ਼ਾਨੀ ਹੈ। ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਜਿਹੜੀ ਉਹ 6 ਤਰੀਕ ਤੱਕ ਹੈਗੀ ਸੀ, 7 ਨੂੰ ਵੀ ਹੈਗੀ ਸੀ। 8 ਤੋਂ ਬਾਅਦ ਉਹ ਜੋ ਸਮਾਨ ਚੱਕ ਕੇ ਸਾਰਾ ਮਤਲਬ ਸਮਾਨ ਉਦੋਂ ਚੱਕ ਕੇ ਤੇ ਉਦੋਂ ਅੱਗ ਲਾ ਦਿੱਤੀ ਗਈ ਹੈ। ਅੱਗ ਲਾ ਕੇ ਉਹਨਾਂ ਨੇ ਮਿਲਟਰੀ ਨੇ ਆਪਣੇ ਕਬਜ਼ੇ 'ਚ ਕਰ ਲਿਆ। ਪੂਰੇ ਜਿੰਨੇ ਲਿਖਤ, ਹੱਥ ਲਿਖਤ ਹੁਕਮਨਾਮੇ ਸੀ, ਹੱਥ ਲਿਖਤ ਪੋਥੀਆਂ ਸੀ, ਹੱਥ ਲਿਖਤ ਗੁਟਕੇ ਸੀ, ਹੱਥ ਲਿਖਤ ਜਾਂ ਹੋਰ ਸਾਡੇ ਕੋਲ ਗ੍ਰੰਥ ਸੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਮਤਲਬ ਸਰੂਪ ਸੀ, 10ਵੇਂ ਗ੍ਰੰਥ ਦੇ ਸਰੂਪ ਸੀ, ਸਰਬਲੋਕ ਗ੍ਰੰਥ ਦੇ ਸਰੂਪ ਸੀ, ਉਹਨਾਂ ਦੀਆਂ ਪੋਥੀਆਂ ਸੀ। ਇਹ ਸਾਰੀਆਂ ਹੀ ਸਰਕਾਰ ਨੇ ਆਪਣੇ ਜੇ ਕਬਜ਼ੇ 'ਚ ਕਰਕੇ ਸਿੱਖਾਂ ਦਾ ਹੋਰ ਮਤਲਬ ਜਿਹੜਾ ਕੋਈ ਇਤਿਹਾਸ ਸੀ ਉਹ ਆਪਣੇ ਕਬਜ਼ੇ 'ਚ ਕਰਕੇ ਉਹਨੂੰ ਅੱਗ ਲਾ ਕੇ ਸਾੜ ਦਿੱਤਾ। ਤੇ ਉਹਨਾਂ ਨੇ ਕਹਿਤਾ ਜੀ ਇਹ ਅੱਗ ਲਾ ਕੇ ਸੜ ਗਿਆ, ਮਤਲਬ ਉਹਨੂੰ ਚੁੱਕ ਕੇ ਇਹ ਆਪਦੇ ਕਬਜ਼ੇ 'ਚ ਮਿਲਟਰੀ ਵਾਲੇ ਲੈ ਗਏ। ਉਹ ਜਦੋਂ ਫਿਰ ਇਹਨਾਂ ਨੇ ਕੀ ਕੀਤਾ, ਸ਼੍ਰੋਮਣੀ ਕਮੇਟੀ ਦੇ ਜਦੋਂ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਨੇ ਹੈਂਡਓਵਰ ਕੀਤਾ ਤੇ ਟੌੜਾ ਸਾਹਿਬ ਨੂੰ ਬਾਹਰ ਆਏ, ਤੇ ਇਹਨਾਂ ਨੇ ਚੱਕ ਕੇ ਉਹ ਸ਼੍ਰੋਮਣੀ ਕਮੇਟੀ ਨੇ ਸੁਪਰੀਮ ਕੋਰਟ 'ਚ ਕੇਸ ਪਾ ਦਿੱਤਾ ਕਿ ਸਾਨੂੰ 1000 ਕਰੋੜ ਰੁਪਈਆ ਦਿੱਤਾ ਜਾਵੇ। ਸਾਡੀ ਮਤਲਬ ਇਹਨਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਜਿਹੜੀ ਉਹ ਨਸ਼ਟ ਕਰ ਦਿੱਤੀ ਹੈ। ਉਹ ਨਸ਼ਟ ਦੇ ਕਰਤੇ ਇਹਨਾਂ ਨੇ 1000 ਕਰੋੜ ਦਾ ਦਾਅਵਾ ਕਰਤਾ। ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ 'ਚ ਕੇਸ ਭੇਜਤਾ। ਦਿੱਲੀ ਕੋਰਟ ਉਹਨਾਂ ਨੇ ਕਿਹਾ ਵੀ ਤੁਸੀਂ 1% ਜਾਂ 2% ਜਿਹੜੇ ਪੈਸੇ ਜਮ੍ਹਾਂ ਕਰਾਉਣੇ ਹੁੰਦੇ ਉਹ ਇਹਨਾਂ ਨੂੰ ਜਮ੍ਹਾਂ ਕਰਨ ਨੂੰ ਕਿਹਾ। ਸ਼੍ਰੋਮਣੀ ਕਮੇਟੀ ਨੂੰ ਜਮ੍ਹਾਂ ਕਰਾਤੇ ਤੇ ਕੇਸ ਚੱਲ ਲਿਆ। ਉਹ ਸਿਰਫ ਉੱਥੇ ਤਰੀਕਾ ਪੈਂਦੀਆਂ ਨੇ ਔਰ ਕੁਛ ਨਹੀਂ, ਉਹਦੀ ਕੋਈ ਸੁਣਵਾਈ ਨਹੀਂ ਹੈ। ਪਿੱਛੇ ਇਹ ਵੀ ਚਰਚਾ ਛਿੜੀ ਸੀ ਕਿ ਪਿੱਛੇ ਜੇ ਕਿ ਬਹੁਤ ਸਾਰੀਆਂ ਚੀਜ਼ਾਂ ਵਾਪਸ ਕਰ ਦਿੱਤੀਆਂ ਗਈਆਂ ਨੇ। ਇਹ ਵੀ ਖਬਰ ਆਈ ਸੀ ਕਿ ਇੰਗਲੈਂਡ ਦੀ ਧਰਤੀ ਤੇ 2000 ਪਾਉਂਡ ਦਾ, ਮੇਰੇ ਖਿਆਲ ਨਾਲ ਜੇ ਗਲਤ ਨਾ ਹੋਵੇ, ਇੱਕ ਬੜਾ ਵੱਡਾ ਅੰਕੜਾ ਦੱਸਿਆ ਗਿਆ ਸੀਗਾ ਕਿ ਪਾਉਂਡਾਂ ਦੇ ਵਿੱਚ ਵੱਡੀ ਕੀਮਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਇੱਕ ਇਤਿਹਾਸਿਕ ਸਰੂਪ ਵੇਚਣ ਦੀ ਵੀ ਖਬਰਾਂ ਸਾਹਮਣੇ ਆਈਆਂ ਸੀਗੀਆਂ। ਤਾਂ ਇਹ ਬਹੁਤ ਸਾਰੀਆਂ ਚੀਜ਼ਾਂ ਸਮਝਣ ਵਾਲੀਆਂ ਨੇ ਇੱਥੇ ਕਿ ਕੀ ਸਮਾਨ ਵਾਪਸ ਮਿਲਿਆ ਸੀ ਜਾਂ ਨਹੀਂ ਮਿਲਿਆ ਸੀ। ਕੁਝ ਜਿਲਦਾਂ ਦਿਖਾਈਆਂ ਗਈਆਂ, ਕਹਿੰਦੇ ਕਿ ਹਾਂ ਸਮਾਨ ਵਾਪਸ ਆ ਗਿਆ, ਪਰ ਪੂਰਾ ਸਮਾਨ ਨਹੀਂ ਵਾਪਸ ਆਇਆ, ਹਾਲੇ ਵੀ ਲੜਾਈ ਚੱਲ ਰਹੀ ਹੈ। ਉਹ ਲੜਾਈ ਚੱਲ ਰਹੀ ਹੈ, ਉਹਦਾ ਇਹ ਆਪਾਂ ਕੋਈ ਦਾਅਵੇ ਨਾਲ ਨਹੀਂ ਕਹਿ ਸਕਦੇ। ਜਿਹੜੀ ਗੱਲ ਪਾਉਂਡ ਇੰਗਲੈਂਡ 'ਚ ਸਰੂਪ ਵਿਕਣ ਦੀ ਆਈ ਹੈ, ਉਹ ਭਾਈ ਹਰਦਾਸ ਸਿੰਘ ਦੇ ਹੱਥ ਦਾ ਲਿਖਿਆ ਹੋਇਆ ਸੀ, ਜਿਹੜਾ ਜੱਸਾ ਸੀ ਰਾਮਗੜ੍ਹੀ ਦੇ ਬਜ਼ੁਰਗ ਸੀ ਵੱਡੇ। ਉਹਨਾਂ ਨੇ ਕਲਗੀਧਰ ਪਾਤਸ਼ਾਹ ਕੋਲ 1692 ਈਸਵੀ 'ਚ ਮਤਲਬ ਖਾਲਸੇ ਦੀ ਸਿਰਜਣਾ 1699 'ਚ ਕੀਤੀ ਹੈ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਤੇ। ਪਰ ਉਹਨਾਂ ਨੇ 1692 'ਚ, ਕਿਉਂਕਿ ਉਹ ਕਾਰਨ ਇਹ ਸੀ ਪਹਿਲਾ ਸਰੂਪ ਜਿਹੜੀ 9ਵੇਂ ਪਾਤਸ਼ਾਹ ਦੀ ਬਾਣੀ ਤੋਂ ਬਗੈਰ ਸੀ, ਉਹ ਹੈਗਾ ਸੀ ਸਿੱਖਾਂ ਕੋਲ, ਬਹੁਤ ਸਿੱਖਾਂ ਨੇ ਲਿਖਿਆ ਹੋਇਆ ਸੀ। 1675 ਵਿੱਚ ਭਾਈ ਜੈਤਾ 9ਵੇਂ ਪਾਤਸ਼ਾਹ ਦੀ ਬਾਣੀ ਲੈ ਕੇ ਕਲਗੀਧਰ ਪਾਤਸ਼ਾਹ ਕੋਲ ਪੁੱਜ ਗਿਆ ਸੀ। ਉਹਨੇ ਆਪਣੀ ਬਾਣੀ ਤੇ ਮਤਲਬ ਬਾਣੀ 9ਵੇਂ ਪਾਤਸ਼ਾਹ ਦੇ ਲਿਖੇ ਸ਼ਲੋਕ, ਉਹਨਾਂ ਦੀ ਬਾਣੀ ਤੇ 9ਵੇਂ ਪਾਤਸ਼ਾਹ ਦਾ ਸੀਸ, ਇਹ ਕਲਗੀਧਰ ਪਾਤਸ਼ਾਹ ਦੇ ਸਪੁਰਦ ਕਰ ਦਿੱਤਾ ਸੀ ਉਹਨਾਂ ਨੇ ਸੀਸਗੰਜ ਗੁਰਦੁਆਰਾ ਅਨੰਦਪੁਰ ਸਾਹਿਬ ਬਣਿਆ ਹੋਇਆ, ਜਿੱਥੇ ਸੀਸ ਦਾ ਸੰਸਕਾਰ ਹੋਇਆ, ਜਿੱਥੇ ਧੜ ਦਾ ਸੰਸਕਾਰ ਹੋਇਆ ਰਕਾਬਗੰਜ ਦਿੱਲੀ 'ਚ, ਉੱਥੇ ਲੱਖੀ ਸ਼ਾਹ ਬਣਜਾਰੇ ਨੇ ਕੀਤਾ, ਇੱਥੇ ਭਾਈ ਜੈਤੇ ਉਹਨਾਂ ਨੇ ਗੁਰੂ ਸਾਹਿਬ ਨੇ ਆਪਣੇ ਹੱਥੀਂ ਕੀਤਾ। ਉਹ 9ਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਕੇ ਭਾਈ ਹਰਦਾਸ ਸਿੰਘ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ ਉਹ ਸੰਪੂਰਨ ਸੀ। ਉਸ ਨੂੰ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ 'ਚ, ਕਿਉਂਕਿ ਉਹ ਅਨੰਦਪੁਰ ਸਾਹਿਬ ਸੀ, ਉਹ ਫਿਰ ਅਨੰਦਪੁਰ ਸਾਹਿਬ ਤੋਂ ਚਲਾ ਗਿਆ ਸੀ ਦਰਬਾਰ ਸਾਹਿਬ 'ਚ। ਉਹਦਾ ਕਹਿਣ ਦਾ ਇਹ ਆਇਆ ਹੈ ਕਿ ਜਿਹੜੀ ਜਦੋਂ 1996 'ਚ ਤੋਂ ਲੈ ਕੇ 99 ਤੱਕ ਉੱਥੇ ਜਿਹੜੇ ਰਿਸਰਚ ਬੋਰਡ ਦੇ ਕੋਈ ਚੇਅਰਮੈਨ ਲੱਗੇ ਰਹੇ ਹੈ, ਉਹ ਚੇਅਰਮੈਨ ਉਸ ਸਰੂਪ ਨੂੰ ਉੱਥੋਂ ਚੁੱਕ ਕੇ ਇੰਗਲੈਂਡ ਲੈ ਗਏ। ਤੇ ਉਹਨਾਂ ਨੇ ਇਹ ਗੱਲ ਤੁਰੀ ਸੀ, ਅਸੀਂ ਵੀ ਸੁਣੀ ਹੈ ਤੇ ਸਾਨੂੰ ਪਤਾ ਵੀ ਲੱਗਿਆ ਸੀ ਕਿ 14 ਕਰੋੜ ਰੁਪਏ 'ਚ ਉਹ ਸਰੂਪ ਹੱਥ ਲਿਖਤ ਉਹਨਾਂ ਨੇ ਵੇਚ ਦਿੱਤਾ। ਪਰ ਉਹ ਬੰਦੇ ਦੇ ਅੱਜ ਕੋੜ ਫੁੱਟਿਆ ਹੋਇਆ ਜਿਹਨੇ ਉਹ ਵੇਚਿਆ, ਉਹ ਅਸੀਂ ਆਪਣੇ ਅੱਖੀਂ ਦੇਖਿਆ। ਪਰ ਇੱਥੇ ਪਗਲਾ ਜੋ ਹੋਇਆ ਫਿਰਦਾ ਅੱਜ ਕੱਲ੍ਹ, ਉਹਨੂੰ ਕੋਈ ਪੁੱਛਦਾ ਨਹੀਂ, ਗਿਣਦਾ ਨਹੀਂ ਹੈਗਾ। ਹੈ ਉਹ ਵੱਡਾ ਆਪਣੇ ਆਪ 'ਚ ਨਾਮਵਰ ਸੀ, ਉਹਨਾਂ ਸਿੱਖਾਂ ਦੀ ਬੜੀ ਹਿਸਟਰੀ ਦੀਆਂ ਗੱਲਾਂ ਕੀਤੀਆਂ ਕਿ ਮੈਂ ਸਿੱਖਾਂ ਦੀ ਹਿਸਟਰੀ ਲਿਖੀ। ਪਰ ਉਹ ਮਹਾ ਮੂਰਖ, ਮਹਾ ਚੋਰ ਬੰਦਾ ਜਿਨ੍ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ 14 ਕਰੋੜ ਰੁਪਈਆ ਕਮਾ ਲਿਆ। ਕਿਸ਼ਨਪੁਰਾ ਜੀ, ਇੱਕ ਬੜੀ ਅਹਿਮ ਚੀਜ਼ ਹੈ,
ਇਹ ਵੀ ਚਰਚਾਵਾਂ ਛਿੜੀਆਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਦੋਂ ਅਸੀਂ ਕਿਉਂਕਿ ਸੇਧ ਲੈ ਕੇ ਚੱਲਦੇ ਹਰੇਕ ਸਿੰਘ ਉੱਤੇ ਆਸ ਰੱਖਦਾ ਟੇਕ ਰੱਖਦਾ ਹੈਗਾ, ਪਰ ਨਾਲ ਦੀ ਨਾਲ ਇਹ ਵੀ ਚਰਚਾਵਾਂ ਆਈਆਂ ਕਿ ਜਿਹੜੀਆਂ ਚੀਜ਼ਾਂ ਉਸ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਜ਼ਬਤ ਕਰ ਲਈਆਂ ਗਈਆਂ ਸੀਗੀਆਂ ਉਹ ਭਾਰਤ ਦੇ ਦੂਜੇ ਹਿੱਸਿਆਂ ਦੇ ਵਿੱਚ ਕਿਤੇ ਉਹ ਵੀ ਜ਼ਿਕਰ ਚੱਲ ਰਿਹਾ ਕਿ ਦੂਸਰੇ ਹਿੱਸਿਆਂ 'ਚ ਮਿਲੀਆਂ ਜਾਂ ਮਿਲ ਰਹੀਆਂ ਨੇ, ਅਖਬਾਰਾਂ 'ਚ ਖਬਰਾਂ ਵੀ ਆ ਰਹੀਆਂ ਨੇ ਉਹਨਾਂ ਦੀਆਂ। ਉਹ ਗੱਲ ਇਦਾਂ ਹੋਈ ਸੀ, ਉਹ ਤੋਂ ਬਾਅਦ ਇਹ ਕੇਸ ਚੱਲ ਰਿਹਾ ਸੀ। ਇਹ ਸਮਝ ਲਓ ਵੀ 1984 ਦਾ ਹੀ ਕੇਸ ਚੱਲਦਾ 2009 ਤੱਕ ਪਹੁੰਚ ਗਿਆ। 2009 ਚ ਇੱਥੇ ਨਵਾਂਸ਼ਹਿਰ ਜ਼ਿਲ੍ਹੇ 'ਚ ਪਿੰਡ ਹੈ ਲੱਖਪੁਰ। ਉਹ ਲੱਖਪੁਰ ਦੇ ਵਿੱਚ ਅਸੀਂ ਇੱਕ ਵਿਆਹ 'ਚ ਗਏ ਹੋਏ ਸੀ, ਮੈਂ ਤੇ ਇੱਕ ਮੇਰਾ ਦੋਸਤ ਸੀ, ਉਹ ਮੇਰਾ ਬੜਾ ਨਾਮਵਰ ਦੋਸਤ, ਅੱਜ ਵੀ ਮੇਰਾ ਮਿੱਤਰ ਹੈ ਉਹ, ਤੇ ਅਸੀਂ ਦੋਨੇ ਉਹ ਵਿਆਹ 'ਚ ਇਕੱਠੇ ਸੀ। ਉਸ ਵਿਆਹ 'ਚ ਜਾਰਜ ਫਰਨਾਂਡੇ ਆਇਆ ਸੀ, ਉਹ ਹਿੰਦੁਸਤਾਨ ਦਾ ਡਿਫੈਂਸ ਮਿਨਿਸਟਰ ਰਹਿ ਚੁੱਕਿਆ ਸੀ। ਜਾਰਜ ਫਰਨਾਂਡੇ ਸਾਡੇ ਉਹ ਕਿਸੇ ਅਮਰੀਕਾ ਵਾਲੀ ਜਿਹੜੀ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹ ਇਸ ਇੱਕ ਮੈਂਬਰ ਦੇ ਪਰਿਵਾਰ ਦਾ ਵਿਆਹ ਸੀ। ਉਹਦੇ 'ਚ ਅਸੀਂ ਵੀ ਗਏ ਹੋਏ ਸੀ ਕਿ ਕੋਈ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਸਾਡੇ ਬੜਾ ਤਾਲਮੇਲ ਰਿਹਾ, ਅੱਜ ਵੀ ਹੈ, ਪਹਿਲਾਂ ਵੀ ਸੀ, ਤੇ ਉਹ ਸਾਡੇ ਅੱਜ ਵੀ ਦੋਸਤ ਨੇ, ਉਹ ਸਾਡੇ ਵੱਲੋਂ ਬਹੁਤ ਇੱਧਰ ਗਏ ਨੇ। ਉਹਨਾਂ ਦੇ ਇੱਕ ਮੈਂਬਰ ਦਾ ਵਿਆਹ ਸੀ, ਉੱਥੇ ਅਭੈ ਸਿੰਘ ਚਟਾਲਾ ਵੀ ਆਇਆ ਹੋਇਆ ਸੀ। ਉਹਦੇ 'ਚ ਚਰਨਜੀਤ ਸਿੰਘ ਸੀ ਕਾਂਗਰਸ ਦਾ ਉਸ ਵੇਲੇ ਦਾ ਚੰਨੀ ਸੀ, ਉਹ ਮੇਰੇ ਖਿਆਲ MP ਸੀ ਸ਼ਾਇਦ, ਉਹ ਵੀ ਕਾਫੀ ਕੁਛ ਉੱਥੇ ਬੜੇ ਬੰਦੇ ਕਾਫੀ ਬੰਦੇ ਸੀ। ਤੇ ਅਸੀਂ ਪਹੁੰਚੇ ਤੇ ਅਸੀਂ ਵਿਆਹ 'ਚ ਗਏ ਹੋਏ ਸੀ। ਅਸੀਂ ਉਹ ਫਰਨਾਂਡੇ ਸਾਹਿਬ ਦੇ ਕੋਲੇ ਬੈਠੇ ਸੀ, ਤੇ ਜਦੋਂ ਫਰਨਾਂਡੇ ਸਾਹਿਬ ਦੇ ਕੋਲ ਬੈਠੇ ਸੀ ਤੇ ਉਹ ਬੈਠੇ ਸਾਡੀਆਂ ਗੱਲਾਂ ਚੱਲ ਪਈਆਂ, ਤੇ ਮੈਂ ਮੇਰੇ ਦਿਮਾਗ 'ਚ ਇੱਕ ਗੱਲ ਘੁੰਮੀ ਤੇ ਮੈਂ ਉਹਨਾਂ ਨੂੰ ਪੁੱਛ ਬੈਠਿਆ, ਮੈਂ ਜਾਰਜ ਫਰਨਾਂਡੇ ਸਾਹਿਬ ਤੁਸੀਂ ਹਿੰਦੁਸਤਾਨ ਦੇ ਡਿਫੈਂਸ ਮਿਨਿਸਟਰ ਰਹੇ ਆ, ਕੀ ਤੁਹਾਨੂੰ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਗਿਆਨ ਹੈ? ਕਿਉਂਕਿ ਮੈਂ ਇੱਕ ਫੈਡਰੇਸ਼ਨ ਨੇਤਾ ਸੀ, ਤੇ ਫੈਡਰੇਸ਼ਨ ਵਾਲੇ ਹੀ ਹਮੇਸ਼ਾ ਹੀ ਅਕਾਲੀ ਦਲ 'ਚ ਪੋਲੀਟੀਕਲ ਸਭਾ 'ਚ ਮੂਹਰੇ ਆਏ ਨੇ, ਪਿੱਛੇ ਤੋਂ ਆਉਂਦੇ ਆ ਰਹੇ ਨੇ, ਅੱਜ ਵੀ ਨੇ ਬਹੁਤ ਸਾਰੇ, ਭਾਵੇਂ ਕਾਂਗਰਸ 'ਚ ਨੇ ਭਾਵੇਂ ਅਕਾਲੀ ਦਲ 'ਚ ਨੇ, ਕਿਤੇ ਵੀ ਨੇ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨੇਤਾ ਨੇ ਬਹੁਤੇ ਜ਼ਿਆਦਾ। ਉਹਨਾਂ ਦਾ ਕਿਤੇ ਨਾ ਕਿਤੇ ਜੀਵਨ, ਉਹਨਾਂ ਨੂੰ ਪੋਲੀਟੀਕਲ ਬਹੁਤ ਸੂਝ-ਬੂਝ ਸੀ, ਇਸੇ ਕਾਰਨ ਮੈਂ ਉਹਨਾਂ ਨੂੰ ਪੁੱਛ ਬੈਠਿਆ। ਉਹ ਮੈਨੂੰ ਕਹਿੰਦਾ ਤੁਸੀਂ ਮੈਨੂੰ ਕੁਐਸਚਨ ਪੁੱਛ ਤਾਂ ਲਿਆ, ਇਹ ਕੁਐਸਚਨ ਜਿਹੜਾ ਤੁਸੀਂ ਕਰਿਆ ਮੈਨੂੰ, ਇਸ ਕੁਐਸਚਨ ਲਈ ਭਾਵੇਂ ਅੱਜ ਇਸ ਦੁਨੀਆ 'ਚ ਨਹੀਂ, ਅੱਜ ਤਾਂ ਫਰਨਾਂਡੇ ਸਾਹਿਬ ਵੀ ਹੈ ਨਹੀਂ, ਪਰ ਜਿਨ੍ਹਾਂ ਨੂੰ ਉਹਨਾਂ ਨੇ ਬੁਲਾਇਆ ਸੀ ਗੱਲ ਕੀਤੀ ਉਹ ਵੀ ਇਹ ਦੁਨੀਆ 'ਚ ਹੈ ਨਹੀਂ। ਕਹਿਣਾ ਮੈਂ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਚਰਨ ਸਿੰਘ ਥੋੜਾ ਦੋਨਾਂ ਨੂੰ ਬੁਲਾਇਆ ਸੀ, ਉਹਨਾਂ ਨੂੰ ਬੁਲਾ ਕੇ ਗੱਲ ਕੀਤੀ ਸੀ, ਤੇ ਕਿ ਜਿਹੜੀ ਸਾਡੇ ਕੋਲ ਸਿੱਖ ਰੈਫਰੈਂਸ ਲਾਇਬ੍ਰੇਰੀ ਸਾਡੇ ਕੋਲ ਹੈਗੀ ਹੈ ਤੁਸੀਂ ਵਾਪਸ ਲੈ ਲਓ। ਉਹ ਕਹਿੰਦੇ ਵੀ ਕਿੱਥੇ ਹੈ? ਉਹ ਕਹਿੰਦਾ ਸਾਡੇ ਮੇਰਠ ਵਾਲੇ ਮਿਲਟਰੀ ਕੈਂਪ 'ਚ ਪਈ ਹੈ। ਉਹ ਕੈਂਪ 'ਚ ਪਈ ਹੈ, ਤੇ ਇਹ ਦੋਨੇ ਬਾਦਲ ਸਾਹਿਬ ਤਾਂ ਮੁੱਕਰ ਹੀ ਗਏ। ਟੌੜਾ ਸਾਹਿਬ ਨੇ ਵੀ ਕਹਿ ਦਿੱਤਾ, ਕਹਿੰਦਾ ਵੀ ਅਸੀਂ ਇਸ ਕਰਕੇ ਇਹ ਆਪਾਂ ਜਵਾਬ ਦਈਏ ਕਿ ਆਪਾਂ 1000 ਕਰੋੜ ਦਾ ਕੇਸ ਪਾਇਆ, ਆਪਾਂ ਹਿੰਦੁਸਤਾਨ ਦੇ ਵਿਰੁੱਧ ਇਹ ਕੇਸ ਪਾਵਾਂਗੇ ਤੇ ਉਹ ਇਸ ਦਾ ਜਵਾਬ ਨਹੀਂ ਦੇ ਸਕੇਗੀ। ਇਸ ਕਰਕੇ ਸਰਕਾਰ ਹਮੇਸ਼ਾ ਸਾਡੇ ਕੋਲ ਝੁਕੀ ਰਹੇਗੀ, ਸਾਡੇ ਰਿਣੀ ਰਹੇਗੀ ਕਿ ਇਹਨਾਂ ਨੇ ਸਾਡਾ ਰੈਫਰੈਂਸ ਲਾਇਬ੍ਰੇਰੀ ਚੱਕੀ ਹੈ। ਅਸੀਂ ਇਹਨਾਂ ਤੱਕ 1000 ਕਰੋੜ ਦਾ ਦਾਅਵਾ ਕੀਤਾ ਸੀ ਤੇ ਉਹਨਾਂ ਨੇ ਕਿਸੇ ਨੇ ਦੇਣਾ ਨਹੀਂ, ਤੇ ਅਸੀਂ ਇਹ ਸਾਡਾ ਕੇਸ ਚੱਲਦਾ ਰਹੂਗਾ ਤੇ ਸਰਕਾਰ ਸਾਡੀ ਨੀਵੀਂ ਰਹੇਗੀ। ਬੜੀ ਵੱਡੀ ਮੈਨੂੰ ਲੱਗਦਾ ਸਟੇਟਮੈਂਟ ਆ, ਅੱਜ ਤੱਕ ਮੈਨੂੰ ਲੱਗਦਾ ਨਹੀਂ ਕਿ ਇਹ ਚੀਜ਼ ਨਿਕਲ ਕੇ ਸਾਹਮਣੇ, ਕਿਉਂਕਿ ਜਾਰਜ ਫਰਨਾਂਡੇਜ਼ ਦਾ ਤੁਸੀਂ ਜ਼ਿਕਰ ਕੀਤਾ ਹੈ, ਕਿਉਂਕਿ ਡਿਫੈਂਸ ਮਿਨਿਸਟਰ ਰਹੇ ਨੇ, ਉਹਨਾਂ ਦੇ ਮੂੰਹੋਂ ਇਹ ਗੱਲ ਆਈ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਟੌੜਾ ਨੂੰ ਉਹਨਾਂ ਨੇ ਬੁਲਾਇਆ ਸੀਗਾ ਕਿ ਆਣ ਕੇ ਆਪਣੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਾਪਸ ਲੈ ਲਓ, ਤੇ ਇਹ ਸਿਰਫ ਸਿਆਸੀ ਕਾਰਨ ਰਹੇ ਕਿ ਉਹਨਾਂ ਨੇ ਵਾਪਸ ਨਹੀਂ ਲਈ। ਇਹ ਸਿਆਸੀ ਕਾਰਨਾਂ ਦੇ ਕਾਰਨ ਵਾਪਸ ਨਹੀਂ ਲਈ। ਹੁਣ ਅੱਜ ਇਹ ਗੱਲ ਹੈ ਕਿ ਪਿਛਲੇ ਕਈ ਸਾਲਾਂ ਤੋਂ, ਮੈਂ ਤਕਰੀਬਨ 5-6 ਸਾਲਾਂ ਤੋਂ ਦੇਖ ਰਿਹਾ, ਕਿਉਂਕਿ ਹੁਣ ਸਾਡੇ ਸਿੱਖ ਮੁੱਦਿਆਂ ਤੇ ਹਮੇਸ਼ਾ ਹੀ ਸਾਡੀ ਨਜ਼ਰ ਹੀ ਰਹਿੰਦੀ, ਅਸੀਂ ਦੇਖਦੇ ਰਹਿੰਦੇ ਕਿ ਕਿੱਥੇ ਕੀ ਵਾਪਰਦਾ, ਭਾਵੇਂ ਉਹ ਬੋਕਾਰੋ ਹੈ, ਭਾਵੇਂ ਉੜੀਸਾ ਹੈ, ਭਾਵੇਂ ਬੰਗਾਲ ਹੈ, ਭਾਵੇਂ ਬਿਹਾਰ ਹੈ, ਭਾਵੇਂ ਹਿੰਦੁਸਤਾਨ ਹੈ, ਭਾਵੇਂ ਜੰਮੂ ਕਸ਼ਮੀਰ ਹੈ, ਭਾਵੇਂ ਉੱਤਰਾਖੰਡ ਹੈ, ਦੇਖਦਾ ਜੀ ਸਾਰੇ ਪਾਸੇ ਜੋ ਸਿੱਖਾਂ ਨਾਲ ਜਿੱਥੇ ਵੀ ਕੁਝ ਹੋ ਰਿਹਾ। ਉਹਦੇ 'ਚ ਕੀ ਆਇਆ ਕਿ ਕਈ ਜਿਹੜੇ ਉਹ ਮਿਲਟਰੀ ਵਾਲੇ ਰਿਟਾਇਰ ਹੋ ਗਏ, ਉਹ ਹੌਲੀ ਹੌਲੀ ਉੱਥੋਂ ਕੋਈ ਪੋਥੀਆਂ, ਕੋਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਕੋਈ ਹੁਕਮਨਾਮੇ ਉਹ ਚੁੱਕ ਕੇ ਲੈ ਗਏ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਾਪੜ ਮਿਸ਼ਨ ਬਣਿਆ ਹੋਇਆ। ਹਾਪੜ ਮਿਸ਼ਨ UP 'ਚ ਹੈ, ਉਹ ਗਾਜ਼ੀਆਬਾਦ ਤੋਂ ਅੱਗੇ ਹੈ, ਬਿਜਨੌਰ ਡਿਸਟ੍ਰਿਕਟ 'ਚ ਸ਼ਾਇਦ ਪੈਂਦਾ, ਮੈਨੂੰ ਡਿਸਟ੍ਰਿਕਟ ਦਾ ਨਹੀਂ ਉਹਦਾ ਪੱਕਾ ਪਤਾ ਵੀ ਬਿਜਨੌਰ 'ਚ ਉੱਥੇ ਉਹ ਪੈਂਦਾ। ਉਹ ਉੱਥੇ ਹਾਪੜ ਮਿਸ਼ਨ ਬਣਿਆ, ਉਹਦੇ 'ਚ ਸਿੱਖ ਬਹੁਤ ਉੱਥੋਂ ਦੇ ਨੇੜੇ ਤੇੜੇ ਦੇ, ਮੁਰਾਦਾਬਾਦ ਦੇ, ਰਾਮਪੁਰ ਦੇ, ਗਾਜ਼ੀਆਬਾਦ ਦੇ, ਹਾਪੜ ਦੇ, ਕਾਫੀ ਜਿਹੜੇ ਨੇੜੇ ਦੇ ਹੋਰ ਸਿੱਖ ਨੇ, ਉਹ ਕਾਫੀ ਉੱਥੇ ਜਿਹੜੇ SC BC ਆਪਾਂ ਕੋਈ ਵੀ ਕਹਿ ਲਈਏ ਉਹਨਾਂ ਨੂੰ, ਉਹ ਅੰਮ੍ਰਿਤਧਾਰੀ ਬਣ ਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਉਹਨਾਂ ਦੇ ਕੋਲ ਬਹੁਤ ਸਰੂਪ ਹੁਣ ਇਹ ਮਿਲ ਰਹੇ ਨੇ ਇਤਿਹਾਸਿਕ, ਉਹ ਉਹਨਾਂ ਪਿੰਡਾਂ 'ਚ ਮਿਲ ਰਹੇ ਨੇ, ਕਿਉਂਕਿ ਜਿਹੜੇ ਮਿਲਟਰੀ ਵਾਲੇ ਮੇਟ ਕੈਂਪ 'ਚ ਸੀ ਉਹ ਜਾਂਦੇ ਹੋਏ ਕੋਈ ਪੋਥੀ ਲੈ ਗਿਆ, ਕੋਈ ਕੁਛ ਲੈ ਗਿਆ, ਉਹਨਾਂ ਲਈ ਤਾਂ ਉਹ ਇੱਕ ਗੀਤਾ ਵਾਂਗੂ ਕਿਤਾਬ ਹੈ। ਜੇ ਸਾਡੇ ਲਈ ਉਹ ਬਹੁਤ ਅਹਿਮੀਅਤ ਰੱਖਦੀ ਹੈ, ਉਹਨਾਂ ਲਈ ਕੁਛ ਨਹੀਂ ਸੀ ਹੈਗੀ। ਪਰ ਹੁਣ ਉਹ ਕੁਛ ਪੋਥੀਆਂ, ਕਿਉਂਕਿ ਕਈ ਵਾਰ ਅਖਬਾਰਾਂ 'ਚ ਵੀ ਛਪ ਚੁੱਕਿਆ, ਮੈਂ ਕਈ ਵਾਰ ਅਮਰ ਉਜਾਲੇ 'ਚ ਦੂਜੀਆਂ ਸਟੇਟਾਂ 'ਚ ਅਖਬਾਰ ਛਪਦੇ ਉਹਨਾਂ 'ਚ ਵੀ ਦੇਖੀਆਂ, ਉਹਨਾਂ ਦੀ ਲੋਕ ਕਟੀਆਂ ਭੇਜਦੇ ਨੇ, ਸਾਡੇ ਅਖਬਾਰਾਂ 'ਚ ਵੀ ਕਈ ਵਾਰ ਛਪੀਆਂ, ਜਿਹੜੇ ਪੰਜਾਬ ਦੇ ਪੰਜਾਬੀ ਵਾਲੇ ਅਖਬਾਰ ਹੈ ਇਹਨਾਂ 'ਚ ਵੀ ਕੁਛ, ਕਿਉਂਕਿ ਉੱਧਰ ਕਈ ਵਾਰ ਪੱਤਰਕਾਰ ਹੈਗੇ ਨੇ, ਛਪ ਜਾਂਦੀਆਂ ਨੇ। ਹੁਣ ਉਹ ਗੱਲ ਇਹੀ ਆਈ ਵੀ ਜਦੋਂ ਜਾਰਜ ਫਰਨਾਂਡੇ ਨੇ ਸਾਨੂੰ ਗੱਲ ਦੱਸੀ ਹੈ ਤੇ ਸਾਨੂੰ ਇਸ ਗੱਲ ਦੀ ਬਹੁਤ
ਮਤਲਬ ਸਾਡੇ ਦਿਲ ਤੇ ਸੱਟ ਵੱਜੀ। ਅਸੀਂ ਇਹ ਚਾਹੁੰਦੇ ਸੀ ਕਿ ਇਹ ਮਿਲ ਜਾਏ, ਪਰ ਮੈਂ ਅੱਜ ਤਾਂ ਹੁਣ ਨਾ ਇੱਥੇ ਦੁਨੀਆ 'ਚ ਟੌੜਾ ਹੈ ਤੇ ਨਾ ਹੀ ਬਾਦਲ ਹੈ। ਤੇ ਹੁਣ ਅਸੀਂ ਇਹ ਗੱਲ ਕਿਹਨੂੰ ਦੱਸੀਏ ਤੇ ਜਿਹਦੇ ਲਈ ਅਸੀਂ ਸ਼ਹਾਦਤਾਂ ਦਿੱਤੀਆਂ, ਉਹ ਸਾਡਾ ਕੌਮ ਦਾ ਮਹਾਨ ਸ਼ਹੀਦ ਹੈ ਸੰਤ ਬਾਬਾ ਜਰਨੈਲ ਸਿੰਘ, ਜਿਨ੍ਹਾਂ ਨੇ ਇਹ ਧਰਮ ਦੀ ਰਾਖੀ ਲਈ ਸਾਰਾ ਕੁਝ ਕੀਤਾ, ਪਰ ਉਹ ਅੱਜ ਹੈ ਨਹੀਂ। ਸਾਡੀ ਕੋਈ ਅੱਜ ਧਿਰ ਨਹੀਂ ਹੈਗੀ ਜਿਹੜੀ ਗੱਲ ਸੁਣੇ, ਤੇ ਉਹ ਗੱਲ ਸੁਣਨ ਵਾਲਾ ਇਹ ਨਹੀਂ। ਹੁਣ ਇਹ ਗੱਲਾਂ ਚੱਲਦੀਆਂ, ਮੈਂ ਜਾਰਜ ਫਰਨਾਂਡਿਸ ਦੀ ਗੱਲ ਇਸ ਕਰਕੇ ਕੀਤੀ ਹੈ ਕਿਉਂਕਿ ਅੱਜ ਦੀ ਤਰੀਕ 'ਚ 4 SGPC ਦੇ ਵੀ ਜਿਨ੍ਹਾਂ ਵਿੱਚ ਐਜੈਕਟਿਵ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ, 4 ਮੈਂਬਰ ਹੋਰ ਨੇ 3 ਉਹਦੇ ਨਾਲ, ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਚਿੱਠੀ ਲਿਖੀ ਹੈ ਕਿ ਸਾਨੂੰ ਜਿਹੜੀਆਂ ਪੁਰਾਤਨ ਸਿੱਖ ਰੈਫਰੈਂਸ ਲਾਇਬ੍ਰੇਰੀ 'ਚ ਕੁਝ ਪੁਰਾਤਨ ਬੀੜਾਂ ਪਈਆਂ ਜਾਂ ਕੁਝ ਤੁਹਾਡੇ ਕੋਲ ਹੋਰ ਜੋ ਵੀ ਮਤਲਬ ਉੱਥੇ ਸਮਾਨ ਪਿਆ ਹੈਗਾ ਜਾਂ ਤੁਹਾਡੇ ਕੋਲ ਕੋਈ ਹੁਕਮਨਾਮੇ ਹੈ, ਇਹਨਾਂ ਦੇ ਸਾਨੂੰ ਜਿਹੜੇ ਵਿਰੋਧੀ ਧਿਰ ਹੈ ਜਾਂ ਜਿਹੜੀ ਮੰਗ ਕਰਦੀ ਹੈ, ਇਹਨਾਂ ਨੂੰ ਉਹਨਾਂ ਦੇ ਦਰਸ਼ਨ ਕਰਾਏ ਜਾਣ। ਇਸ ਗੱਲ ਤੇ ਅੱਜ ਮੇਰੇ ਦਿਲ ਨੂੰ ਫੇਰ ਸੱਟ ਵੱਜੀ ਦੁਬਾਰਾ। ਇਹ ਮੈਂ ਸਵੇਰ ਦਾ ਸੋਚ ਰਿਹਾ ਸੀ, ਮੇਰੀ ਗੁਰਪ੍ਰੀਤ ਸਿੰਘ ਰੰਧਾਵੇ ਨਾਲ ਗੱਲ ਵੀ ਹੋਈ ਇਸ ਵਿਸ਼ੇ ਤੇ, ਭਾਵੇਂ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੁੰਦੀ ਰਹਿੰਦੀ ਹੈ, ਪਰ ਹੁਣ ਪ੍ਰਧਾਨ ਸਾਹਿਬ ਦਾ ਤਾਂ ਅੱਜ ਦੇ ਤਾਂ ਨਵੇਂ ਦਾ ਕੋਈ ਦੋਸ਼ ਨਹੀਂ ਹੈਗਾ। ਮੈਂ ਤਾਂ ਇਹ ਕਹਿੰਦਾ ਵੀ ਉਹਦੇ ਵਰਗਾ ਨਿਹਾਇਤ ਇਮਾਨਦਾਰ ਬੰਦਾ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਹੀਂ ਬਣ ਸਕਿਆ। ਅਸੀਂ ਇਸ ਕਰਕੇ ਉਹਦਾ ਦਿਲੋਂ ਸਤਿਕਾਰ ਕਰਦੇ ਹਾਂ, ਜਿੱਥੇ ਵੀ ਸਾਨੂੰ ਮਿਲੇ ਅਸੀਂ ਉਹਦੀ ਹਾਮੀ ਭਰਦੇ ਹਾਂ। ਸਾਨੂੰ ਕੋਈ ਵੀ ਕਿਤੇ ਪੁੱਛੇ, ਮੈਨੂੰ ਖਾਸ ਤੌਰ ਤੇ ਪੁੱਛੇ, ਤਾਂ ਮੈਂ ਤਾਂ ਉਹਨੂੰ ਕਹਿੰਦਾ ਵੀ ਉਹ ਬੇਲਾਗ ਕੌਮ ਦਾ ਇੱਕ ਜਿਹਨੂੰ ਆਪਾਂ ਬੇਤਾਜ ਬਾਦਸ਼ਾਹ ਕਹਿੰਦੇ ਆ, ਉਹਦੇ ਵਰਗਾ ਹੈ। ਕਿਸ਼ਨਪੁਰ ਜੀ, ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਰੰਧਾਵਾ ਉਹਨਾਂ ਦਾ ਜ਼ਿਕਰ ਅਸੀਂ ਕੀਤਾ, ਤਾਂ ਉਹ ਹਰੇਕ ਵਾਰੀ ਇਹ ਕੋਸ਼ਿਸ਼ ਕਰਦੇ ਨੇ ਕਿ ਜਿਹੜੇ ਸਿੱਖਾਂ ਦੇ ਮਸਲੇ ਨੇ, ਜਦੋਂ ਸਦਨ ਲੱਗਦਾ ਹੈਗਾ, ਇਜਲਾਸ ਬੁਲਾਇਆ ਜਾਂਦਾ ਹੈਗਾ ਸ਼੍ਰੋਮਣੀ ਕਮੇਟੀ ਦਾ, ਤਾਂ ਉਹਦੇ ਵਿੱਚ ਆਵਾਜ਼ ਚੱਕਦੇ ਨੇ, ਹਰੇਕ ਵਾਰੀ ਚੱਕਦੇ ਨੇ। ਤਾਂ ਹੁਣ ਤੁਸੀਂ ਅਖੀਰ ਤੇ ਜਿਵੇਂ ਪ੍ਰਧਾਨ ਸਾਹਿਬ ਦਾ ਜ਼ਿਕਰ ਕੀਤਾ, ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਪ੍ਰਧਾਨ ਸਾਹਿਬ ਨੂੰ, ਮੌਜੂਦਾ ਨੂੰ ਤੁਸੀਂ ਦੱਸ ਰਹੇ ਹੋ ਕਿ ਉਹ ਬੇਦਾਗ ਨੇ, ਤਾਂ ਉਹਨਾਂ ਤੋਂ ਕੋਸ਼ਿਸ਼? ਮੈਂ ਇੱਕ ਵਾਰ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਸੀ, ਤੇ ਉਹਨਾਂ ਫਿਰ ਮੈਨੂੰ ਕਿਹਾ, ਕਹਿੰਦਾ ਵੀ ਕਿਸ਼ਨਪੁਰਾ ਹੁਣ ਮੈਂ ਇਹਦੇ ਤੇ ਕੀ ਕਰ ਸਕਦਾ। ਉਹਨਾਂ ਦੀ ਇੱਕ ਕਿਸਮ ਦੀ ਕਹਿੰਦੇ ਵੀ ਅੱਜ ਮੇਰੀ ਤਾਂ 38 ਸਾਲ ਬਾਅਦ ਹੁਣ ਮਜਬੂਰੀ ਹੈ, ਮੈਂ ਇਹਦੇ ਤੇ ਹੁਣ ਜਦੋਂ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਨਹੀਂ ਰਹੀ ਤੇ ਨਾ ਹੀ ਜਾਰਜ ਫਰਨਾਂਡੇ ਹੈ, ਤੇ ਮੈਂ ਹੁਣ ਆਪਾਂ ਕਿਹਨੂੰ ਪੁੱਛ ਸਕਦੇ ਹਾਂ। ਆਪਾਂ ਤਾਂ ਜੋ ਅੱਜ ਦਾ ਮੌਜੂਦਾ ਉਹਦੇ ਤੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਜਿਹੜਾ ਸਾਡਾ SGPC ਦਾ ਪ੍ਰਬੰਧ ਹੈ, ਇਹਨੂੰ ਕਿਵੇਂ ਨਾ ਕਿਵੇਂ ਕਰਕੇ ਸੁਧਾਰਿਆ ਜਾਵੇ। ਯਾਨੀ ਕਿ ਮੰਨ ਲਈਏ ਕਿ ਅੱਜ ਵੀ ਸਿੱਖਾਂ ਦੀ ਬਹੁਤੇ, ਅਸੀਂ ਕਹਿ ਸਕਦੇ ਹਾਂ ਕਿ ਬਹੁਤੇ ਅੰਸ਼ ਜਿਹੜੇ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ, ਉਹ ਮੇਰਠ ਦੇ ਵਿੱਚ ਮਿਲਟਰੀ ਕੈਂਪ ਦੇ ਵਿੱਚ ਮੌਜੂਦ ਹੋ ਸਕਦੇ ਨੇ, ਪਰ ਕੋਸ਼ਿਸ਼ ਨਹੀਂ ਹੋ ਰਹੀ ਉਸ ਤਰੀਕੇ ਦੀ ਕਿ ਉੱਥੋਂ ਉਹ ਸਾਰੀਆਂ ਚੀਜ਼ਾਂ ਵਾਪਸ ਆ ਸਕਣ। ਇਹ ਬਹੁਤ ਵੱਡੀ ਗੱਲ ਹੈ ਕਿ ਕੋਸ਼ਿਸ਼ ਤਾਂ ਹੋ ਸਕਦੀ ਹੈ ਅਜੇ ਵੀ, ਜੇ ਕੋਈ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰੇ। ਇਹ ਕਰਤਾ ਸ਼੍ਰੋਮਣੀ ਕਮੇਟੀ ਕਰ ਸਕਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਸਕਦੀ, ਉਹਨਾਂ ਦੀ ਕੇਸ ਪਾਇਆ ਹੋਇਆ, ਉਹੀ ਸਰਕਾਰ ਨਾਲ ਗੱਲ ਕਰ ਸਕਦੇ, ਕਿਉਂਕਿ ਉਹੀ ਉਸ ਦੇ ਰਖਵਾਲੇ ਸੀ, ਉਹਨਾਂ ਦੇ ਉਹ ਕਸਟਡੀ 'ਚ ਸੀ, ਸਾਰਾ ਸੀ। ਅੱਜ ਵੀ ਸ਼੍ਰੋਮਣੀ ਕਮੇਟੀ ਦੇ 'ਚ ਹੈ। ਪਰ ਮੈਨੂੰ ਇੱਕ ਹੋਰ ਬੜੀ ਨਮੋਸ਼ੀ ਹੋਈ ਸੀ ਪਿੱਛੇ ਜੇ, ਜਦੋਂ ਭਨਿਆਰਾ ਵਾਲੇ ਦਾ 2001 'ਚ ਇੱਕ ਉਹਨੇ ਬੇਅਦਬੀ ਕਰ ਦਿੱਤੀ ਸੀ, ਕਾਂਡ ਵਾਪਰਿਆ ਸੀ 1 ਸਤੰਬਰ 2001 ਨੂੰ। ਉਹਦੇ ਤੋਂ ਬਾਅਦ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਸੀ ਕਿ ਇੱਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਹੱਥ ਲਿਖਤ ਸਰੂਪ ਆਨੰਦਪੁਰ ਸਾਹਿਬ ਪਿਆ ਸੀ, ਜਿਹੜਾ ਕਿ ਸ਼ਾਇਦ ਭਨਿਆਰਾ ਵਾਲੇ ਦੇ ਘਰ ਤੋਂ ਜਾਂ ਕਿਤੋਂ ਚੁੱਕ ਕੇ ਲਿਆਂਦਾ ਸੀ। ਪਰ ਮੈਨੂੰ ਬਾਅਦ 'ਚ ਕੁਛ ਅਜੇ ਵੀ ਉਹਦੇ ਪਰ ਵੀ ਡਾਊਟ ਹੀ ਹੈ, ਕੋਈ ਕਹਿ ਨਹੀਂ ਸਕਦੇ ਕਿ ਉਹ ਆਨੰਦਪੁਰ ਸਾਹਿਬ ਹੈਗਾ ਕਿ ਨਹੀਂ ਹੈਗਾ। ਉਹ ਵੀ ਸਰੂਪ ਹੱਥ ਲਿਖ ਸੀ, ਕਿਉਂਕਿ ਭਨਿਆਰਾ ਵਾਲਾ ਮੇਰੇ ਸਾਹਮਣੇ ਉੱਥੇ ਅੰਬਾਲੇ ਦੀ ਕੋਰਟ 'ਚ ਇਹ ਗੱਲ ਮੰਨ ਗਿਆ ਸੀ ਕਿ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਜ਼ਿਆਦਾ ਮੰਨਦਾ। ਮੈਂ ਹਰ 5ਵੇਂ ਪਾਤਸ਼ਾਹ ਦੇ ਸ਼ਹੀਦੀ ਗੁਰਪੁਰਬ ਵਾਲੇ ਦਿਨ ਤਖਤ ਕੇਸਗੜ੍ਹ ਸਾਹਿਬ ਤੇ ਭਾਵੇਂ ਮੈਂ ਆਪਣੇ ਨਾਂ 'ਤੇ ਕਰਾਵਾਂ, ਭਾਵੇਂ ਗੋਤਰੂ 'ਚ ਕਰਾਵਾਂ, ਮੈਂ ਅਖੰਡ ਪਾਠ ਸਾਹਿਬ ਕਰਾਉਂਦਾ। ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਵੀ ਮੈਂ ਕੋਈ ਬੇਅਦਬੀ ਨਹੀਂ ਕੀਤੀ, ਮੇਰੇ ਬੰਦਿਆਂ ਨੇ ਕੀਤੀ ਹੈ, ਇਹ ਉਹਨਾਂ ਦਾ ਕਸੂਰ ਹੈ, ਮੈਂ ਉਹਨਾਂ ਨੂੰ ਕੋਈ ਭੜਕਾਇਆ ਨਹੀਂ। ਮੇਰੇ ਕੋਲ ਤਾਂ ਕਹਿੰਦਾ ਵੀ ਸਾਰੇ ਹੀ ਅਕਾਲੀ ਲੀਡਰ ਕਿਨੇ, ਜਿਨ੍ਹਾਂ 'ਚੋਂ ਕਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਬਣੇ ਨੇ, ਉਹਨਾਂ ਦੀ ਵੀ ਫੋਟੋ ਉਹਦੇ ਗ੍ਰੰਥ 'ਚ ਸੀ ਲੱਗੀਆਂ ਹੋਈਆਂ, ਤੇ ਕਈ ਅਕਾਲੀ ਮੰਤਰੀਆਂ ਦੀ ਹੋਈ ਸੀ। ਇੱਕ ਰੋਪੜ ਦਾ ਸੈਸ਼ਨ ਜੱਜ ਸੀ ਮੱਘਰ ਖਾਨ, ਉਹਦੀ ਫੋਟੋ ਵੀ ਸੀ। ਕਈ ਮੰਤਰੀ ਜਿਹੜੇ ਅੱਜ ਇਹ ਦੁਨੀਆ 'ਚ ਨਹੀਂ ਵੀ ਰਹੇ, ਉਹਨਾਂ ਦੀ ਵੀ ਫੋਟੋ ਲੱਗੀਆਂ ਹੋਈਆਂ ਸੀ ਉਹਦੇ ਗ੍ਰੰਥ 'ਚ। ਇਹ ਮੇਰੇ ਖਿਆਲ ਸਾਰੇ ਲੋਕਾਂ ਨੇ ਸ਼ਾਇਦ ਦੇਖੀਆਂ, ਜਿਹੜੇ 1 ਸਤੰਬਰ 2001 ਤੋਂ ਤਕਰੀਬਨ ਇਹ ਸਿੱਖ ਮਸਲਿਆਂ ਨਾਲ ਜੁੜੇ ਹੋਏ ਆ। ਜਾਂ ਹੁਣ ਤੁਹਾਡੀ ਤਾਂ ਇੰਨੀ ਉਮਰ ਨਹੀਂ ਹੈਗੀ, ਪਰ ਜਿਹੜੇ ਮੇਰੇ ਹਾਣੀ ਨੇ, ਕਿਉਂਕਿ ਮੈਂ ਤਾਂ ਹੁਣ 60-62 ਸਾਲ ਦਾ, ਇਸ ਕਰਕੇ ਮੈਂ ਤਾਂ ਧਰਮ ਦੇ ਮੋਰਚੇ ਤੋਂ ਲੈ ਕੇ 78 ਦੀ ਵਿਸਾਖੀ ਤੋਂ ਸਾਰਾ ਕੁਝ ਅੱਖੀਂ ਦੇਖਿਆ ਹੋਇਆ, ਤੇ ਅਸੀਂ ਅੱਖੀਂ ਦੇਖਣ ਕਰਕੇ ਅਸੀਂ ਤਾਂ ਅੱਜ ਦੀ ਤਰੀਕੇ 'ਚ ਚਸ਼ਮਦੀਦ ਗਵਾਹ ਹੈ। ਤੇ ਅਸੀਂ ਬੱਚਿਆਂ ਨੂੰ ਇਹ ਗੱਲ ਦੀ ਸਿੱਖਿਆ ਵੀ ਦਿੰਦੇ ਹਾਂ, ਕਹਿੰਦੇ ਵੀ ਹੈ ਕਿ ਪੰਥ ਲਈ ਮਰੋ, ਪੰਥ ਲਈ ਜੀਓ। ਤੇ ਇਹੀ ਮੇਰਾ ਤਾਂ ਇਹ ਹੈ, ਮੈਂ ਅੱਜ ਤੱਕ ਜਦੋਂ ਤੱਕ ਅਸੀਂ ਜਿਉਂਦੇ ਜਾਂ ਸਾਡੇ ਨਾਲ ਦੇ ਜਿਉਂਦੇ ਆ, ਉਹ ਸੰਤ ਬਾਬਾ ਜਰਨੈਲ ਸਿੰਘ ਦੀਆਂ ਗੱਲਾਂ ਕਰਦੇ ਹੀ ਰਹਿਣਗੇ। ਤਾਂ ਜੋ ਧਰਮ ਦੇ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਹੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਕਿਸ਼ਨਪੁਰਾ ਜੀ, ਜਿਨ੍ਹਾਂ ਨੇ ਬੜੇ ਬੇਬਾਕ ਢੰਗ ਦੇ ਨਾਲ ਦੱਸਿਆ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਛਿੜੀਆਂ ਹੋਈਆਂ ਨੇ, ਬੜੇ ਲੰਮੇ ਸਮੇਂ ਤੋਂ ਚਰਚਾਵਾਂ ਚੱਲਦੀਆਂ ਆ ਰਹੀਆਂ ਨੇ, ਪਰ ਅੱਜ ਇੱਕ ਬੜਾ ਅਹਿਮ ਤੱਥ ਇਹਨਾਂ ਨੇ ਦੱਸਿਆ ਕਿ ਉਸ ਵੇਲੇ ਦੇ ਡਿਫੈਂਸ ਮਿਨਿਸਟਰ ਨਾਲ ਗੱਲਬਾਤ ਹੋਈ ਤਾਂ ਉਹਦੇ ਵਿੱਚ ਇਹ ਜ਼ਿਕਰ ਨਿਕਲ ਕੇ ਆਇਆ ਕਿ ਉਸ ਵੇਲੇ ਦੇ ਹੁਕਮਰਾਨ ਜਿਹੜੇ ਅਕਾਲੀ ਸਰਕਾਰ ਦੇ ਮੋਢੀ ਸੀਗੇ, ਉਹਨਾਂ ਨੂੰ ਜ਼ਿਕਰ ਕੀਤਾ ਗਿਆ ਕਿ ਤੁਸੀਂ ਆਪਣੀ ਸਿੱਖ ਰੈਫਰੈਂਸ ਲਾਇਬ੍ਰੇਰੀ ਆਣ ਕੇ ਲੈ ਜਾਓ। ਤਾਂ ਇਸ ਕਰਕੇ ਨਹੀਂ ਲਏਗੀ ਕਿਉਂਕਿ ਇਹਦੇ ਪਿੱਛੇ ਸਿਆਸੀ ਮਫਾਦ ਸੀ। ਬਹੁਤ ਵੱਡੀ ਗੱਲ ਜਿਹੜੀ ਹੈ ਨਿਕਲ ਕੇ ਸਾਹਮਣੇ ਆਈ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕਮੈਂਟ, ਆਪਣੇ ਟਿੱਪਣੀ ਜ਼ਰੂਰ ਸਾਂਝੇ ਕਰੋ। ਸਹਿਯੋਗੀ ਪ੍ਰਦੀਪ ਦੇ ਨਾਲ ਹਰਦੀਪ ਸਿੰਘ ਭੋਗਲ, ਨਿਊਜ਼ ਓਨਲੀ, ਚੰਡੀਗੜ੍ਹ।